ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਸ਼ੋਅ ਬਹੁਤ ਹੀ ਖਾਸ ਹੈ ਕਿਉਂਕਿ ਕੈਨੇਡਾ ਦੇ ਸਟੂਡੈਂਟ ਵੀਜ਼ਾ ਬਾਰੇ ਗੱਲ ਤਾਂ ਕਰਨੀ ਹੀ ਹੈ, ਨਾਲ ਦੇ ਨਾਲ CICC ਮੈਂਬਰ ਸਾਡੇ ਨਾਲ ਮੌਜੂਦ ਰਹਿਣਗੇ ਅਤੇ ਗੱਲਬਾਤ ਅਸੀਂ ਟੂਰਿਸਟ ਵਿਜ਼ਟਰਸ ਸੁਪਰ ਵੀਜ਼ਾ ਅਤੇ ਹੋਰ ਜਿਹੜੇ ਵੀ ਤੁਸੀਂ ਵੀਜ਼ਾ ਕੈਟੇਗਰੀ ਬਾਰੇ ਗੱਲ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਇੱਕ ਨੰਬਰ TV ਸਕਰੀਨ 'ਤੇ ਚਲਾਇਆ ਜਾ ਰਿਹਾ, ਉੱਤੇ ਕਾਲ ਕਰਕੇ ਤੁਸੀਂ ਸਿੱਧਾ ਇਹਨਾਂ ਦੀ ਟੀਮ ਨਾਲ ਰਾਬਤਾ ਕਰੋ। ਤੁਹਾਡੇ ਸਵਾਲ ਜਿਹੜੇ ਸਾਡੇ ਤੱਕ ਪਹੁੰਚੇ ਅਸੀਂ ਜ਼ਰੂਰ ਸਾਂਝੇ ਕਰਾਂਗੇ। ਔਰ ਖਾਸ ਕਰ ਅੱਜ ਜਿਹੜੇ CICC ਮੈਂਬਰ ਨੇ ਉਹਨਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਵੀ ਕਾਲਜ ਦੇ ਰਿਪਰੈਜ਼ੈਂਟੇਟਿਵ ਨੂੰ ਵੀ ਸੱਦਾ ਦਿੱਤਾ ਗਿਆ ਤਾਂ ਕਿ ਕਾਲਜ ਬਾਰੇ, ਉਹਨਾਂ ਦੇ ਕੋਰਸਿਸ ਬਾਰੇ, ਪ੍ਰੋਗਰਾਮਸ ਬਾਰੇ, ਇਨਟੇਕ ਬਾਰੇ ਤੁਹਾਡੇ ਨਾਲ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਜਾ ਸਕੇ, ਤਾਂ ਜਿਹੜੇ ਬੱਚੇ ਹੁਣ +2 ਤੋਂ ਬਾਅਦ ਅਪਲਾਈ ਕਰਨਾ ਚਾਹੁੰਦੇ ਨੇ ਉਹ ਉਸ ਕਾਲਜ ਬਾਰੇ ਪ੍ਰੋਪਰਲੀ ਨੌਲੇਜ ਜਿਹੜੀ ਉਹ ਲੈ ਸਕਣ। ਬਹੁਤ ਹੀ ਧਿਆਨ ਨਾਲ ਅੱਜ ਦਾ ਸ਼ੋਅ ਦੇਖਣਾ। ਕੋਈ ਸਵਾਲ ਆਉਂਦਾ ਤਾਂ ਉਸ ਨੰਬਰ 'ਤੇ ਕਰ ਸਕਦੇ ਹੋ ਜਿਹੜਾ ਸਕਰੀਨ 'ਤੇ ਚੱਲ ਰਿਹਾ ਹੈ। ਮੇਰੇ ਨਾਲ ਮੌਜੂਦ ਨੇ ਪਾਇਨੀਅਰ ਤੋਂ ਰਵੀ ਗਰਗ ਜੀ, ਜਿਹੜੇ ਡਾਕਟਰ ਸਾਹਿਬ ਬਹੁਤ ਹੀ ਸਾਲਾਂ ਤੋਂ ਸਾਡੇ ਨਾਲ ਜੁੜੇ ਆਉਂਦੇ ਨੇ ਔਰ ਤੁਸੀਂ ਕਾਫੀ ਉਹਨਾਂ ਨੂੰ ਪਿਆਰ ਬਖਸ਼ਦੇ ਹੋ, ਅਤੇ ਉਹਨਾਂ ਦੇ ਸਦਕੇ ਸੂ ਕਾਲਜ ਤੋਂ ਲਵਜੀਤ ਜੀ, ਦੋਨੋਂ ਦਾ ਬਹੁਤ ਬਹੁਤ ਸਵਾਗਤ। ਥੈਂਕ ਯੂ ਸੋ ਮਚ। ਅਮਨ ਜੀ, ਸ਼ੋਅ 'ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਅਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਮੇਰੇ ਖਿਆਲ ਆਪਣੇ ਸ਼ੋਅ ਬਹੁਤ ਦੇਰ ਬਾਅਦ ਹੋ ਰਿਹਾ, ਆਫਲਾਈਨ ਵੀ ਆਪਾਂ ਇਹੀ ਗੱਲ ਕਰਦੇ ਸੀਗੇ, ਸ਼ਾਇਦ ਮੇਲ ਹੀ ਨਹੀਂ ਇੰਨੀ ਦੇਰ ਹੋ ਪਾਇਆ, ਬਟ ਸ਼ੋਅ 'ਤੇ ਤੁਸੀਂ ਕੰਟੀਨਿਊ ਰਹੇ ਹੋ, ਚਾਹੇ ਉਹ ਕੈਨੇਡਾ ਹੋ ਜਾਂ ਇੱਥੇ। ਪਹਿਲੇ ਤੁਹਾਡੇ ਤੋਂ ਸ਼ੁਰੂਆਤ ਕਰਦੇ, ਹੁਣ ਕੈਨੇਡਾ ਹੋ ਗਿਆ ਹੈ, ਕੀ ਇਸ ਟਾਈਮ ਉੱਥੇ ਮਾਹੌਲ ਹੈ ਆਫਟਰ ਦਾ ਕੋਵਿਡ ਵਿਦ ਦਾ ਕਾਲਜ, ਜਾਂ ਜਿਹੜੇ ਬੱਚੇ ਆਲਰੇਡੀ ਪਾਸ ਆਊਟ ਹੋ ਗਏ ਆ, ਜਾਂ ਜਿਹੜੇ ਵਿਜ਼ਿਟਰ ਨੂੰ ਬੁਲਾਉਣਾ ਚਾਹੁੰਦੇ ਨੇ, ਕਿਉਂਕਿ ਉੱਥੇ ਵੀ ਤੁਸੀਂ ਪ੍ਰੋਪਰ ਆਫਿਸ ਰੱਖਿਆ ਹੋਇਆ, ਬਿਲਕੁਲ, ਕੀ ਉੱਥੇ ਦਾ ਮਾਹੌਲ ਕੀ ਹੈ? ਮਾਹੌਲ ਆਲਮੋਸਟ ਨਾਰਮਲ ਹੋ ਚੁੱਕਾ ਹੈਗਾ ਇਸ ਟਾਈਮ ਤਾਂ ਸਾਰੇ ਵਰਲਡ ਦੇ ਵਿੱਚ ਹੀ ਆਲਮੋਸਟ। ਹਾਲਾਂਕਿ ਕਿਤੇ ਕਿਤੇ ਕੋਵਿਡ ਦਾ ਚੱਲਦਾ ਪਿਆ, ਕੇਸਿਸ ਕੁਛ ਕਿਤੇ ਵੱਧਦੇ ਪਏ, ਕਿਤੇ ਨਹੀਂ ਹੈਗੇ, ਲੇਕਿਨ ਇਸ ਵਕਤ 2 ਸਾਲ ਇਸ ਕੋਵਿਡ ਦੇ ਨਾਲ ਰਹਿ ਕੇ ਲੋਕਾਂ ਨੂੰ ਆਦਤ ਵੀ ਪੈ ਚੁੱਕੀ ਹੈ। ਔਰ ਹੁਣ ਤਾਂ ਖੈਰ ਕੋਵਿਡ ਦੇ ਜਿਹੜੇ COVID-19 ਦੇ ਜਿਹੜੇ ਵਾਇਰਸ ਹੈਗਾ ਬੜਾ ਸਲੋ ਹੈਗਾ, ਕੋਈ ਇੰਨੀ ਜ਼ਿਆਦਾ ਨੁਕਸਾਨ ਵਾਲੀ ਗੱਲ ਨਹੀਂ। ਸੋ ਆਲਮੋਸਟ ਮਾਹੌਲ ਨਾਰਮਲ। ਔਰ ਤੁਸੀਂ ਦੇਖੋ ਅਮਨ ਜੀ, 31 ਅਗਸਤ ਤੱਕ ਆਨਲਾਈਨ ਕਲਾਸਿਸ ਅਲਾਊਡ ਸੀਗੀਆਂ ਅੰਬੈਸੀ ਵੱਲੋਂ, ਕੈਨੇਡਾ ਗਵਰਨਮੈਂਟ ਵੱਲੋਂ। ਔਰ ਉਸ ਤੋਂ ਬਾਅਦ ਬਹੁਤ ਹਾਈ ਚਾਂਸਿਸ ਨੇ 1 ਸਤੰਬਰ ਤੋਂ ਸਤੰਬਰ ਇਨਟੇਕ ਦੀ ਜਿਹੜੀ ਕਲਾਸਿਸ ਇਨ ਕਲਾਸ ਜਿਹੜੀਆਂ ਨੇ ਉਹ ਇਨ ਪਰਸਨ ਕਲਾਸਿਸ ਹੋਣਗੀਆਂ, ਪ੍ਰੈਕਟੀਕਲ ਜਾ ਕੇ ਲੱਗਣਗੀਆਂ, ਜਾ ਕੇ ਸਾਰਾ ਉੱਥੇ ਜਾਣਾ ਪਿਆ ਫਿਜ਼ੀਕਲੀ, ਹੈ ਨਾ? ਬਿਲਕੁਲ। ਸੋ ਸਾਰਾ ਕੁਝ ਉਸ ਤਰ੍ਹਾਂ ਹੀ। ਔਰ ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ, ਸਪਾਊਸ ਵੀਜ਼ਾ, ਸਾਰਾ ਕੁਝ ਨਾਰਮਲ ਹੋ ਗਿਆ। ਪਹਿਲਾਂ ਥੋੜੇ ਪ੍ਰੋਸੈਸਿੰਗ ਟਾਈਮ ਵੀ ਕੋਵਿਡ ਦੇ ਕਰਕੇ ਵਰਕ ਫਰੋਮ ਹੋਮ ਸੀਗੇ ਜਿਹੜੇ, ਪਰ ਬੈਕਲੌਗ ਤਾਂ ਵੱਧ ਗਿਆ ਸੁਣਿਆ ਜੀ। ਪਹਿਲੇ ਸਮਥਿੰਗ 1 ਮਿਲੀਅਨ ਕੁਝ ਸੀਗਾ, ਉਸ ਤੋਂ ਬਾਅਦ ਵਧਿਆ ਹੈ ਨਾ, ਹੁਣ 2.1 ਹੋ ਗਿਆ। ਬਿਲਕੁਲ, ਡੈਫੀਨੇਟਲੀ। ਉਹ ਗੱਲ ਇਹ ਹੈ ਨਾ ਅਮਨ ਜੀ ਕਿ ਆਪਾਂ ਖੁਸ਼ਕਿਸਮਤ ਹੈਗੇ ਹਾਂ ਜ਼ਿਆਦਾ। ਮੈਂ ਕੈਨੇਡੀਅਨ ਇਮੀਗ੍ਰੇਸ਼ਨ ਦਾ ਜਿਹੜਾ CICC ਮੈਂਬਰ ਹੈਗਾ, ਆਥੋਰਾਈਜ਼ਡ, ਔਰ ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਹੈਗਾ। 90% ਜ਼ਿਆਦਾ ਕੰਮ ਅਸੀਂ ਕੈਨੇਡਾ ਦਾ ਕਰਦੇ ਹਾਂ। ਆਸਟ੍ਰੇਲੀਆ, ਨਿਊਜ਼ੀਲੈਂਡ, ਬੜੇ ਸਾਰੇ ਕੰਟਰੀ ਆਲਮੋਸਟ ਬੰਦ ਹੀ ਰਹੇ 2 ਸਾਲ ਜਿਹੜੇ ਕੋਵਿਡ ਦੇ ਵਿੱਚ। ਔਰ ਕੈਨੇਡਾ ਦੀ ਸਿਫਤ ਹੈਗੀ ਹੈ ਕਿ ਉਹਨਾਂ ਨੇ ਖੁੱਲ੍ਹ ਹੀ ਰੱਖਿਆ ਕਿਸੇ ਨਾ ਕਿਸੇ ਦੇ ਤਰੀਕੇ ਨਾਲ। ਇਹ ਜਿਹੜਾ ਹੈਗਾ ਆਨਲਾਈਨ ਕਲਾਸਿਸ ਸ਼ੁਰੂ ਕਰ ਦਿੱਤੀਆਂ, AIP ਸ਼ੁਰੂ ਕਰ ਦਿੱਤੀਆਂ। ਔਰ ਜਦੋਂ ਜਿਹੜੇ ਫਿੰਗਰ ਪ੍ਰਿੰਟਿੰਗ ਜਿਹੜੀ ਹੈਗੀ ਹੈ, ਬਾਇਓਮੈਟ੍ਰਿਕਸ ਨਹੀਂ ਹੁੰਦੇ ਸੀਗੇ, ਅਤੇ AIP ਸ਼ੁਰੂ ਕਰ ਦਿੱਤੀ। ਬੜਾ ਕੁਝ ਇਸ ਤਰ੍ਹਾਂ ਦਾ ਕਰਕੇ ਚੱਲਦਾ ਰਿਹਾ ਔਰ ਕੋਆਪਰੇਟ ਕੀਤਾ। ਸੋ ਉਸ ਕਰਕੇ ਲੋਕਾਂ ਦੀ ਪ੍ਰੈਫਰੈਂਸ ਵੀ PR ਦੇ ਵਾਸਤੇ ਪਬਲਿਕ ਪਾਲਿਸੀ ਦੇ ਅੰਡਰ ਬਹੁਤ ਸਾਰੀ ਸਪੈਸ਼ਲ ਕੈਟਾਗਰੀਜ਼ PR ਵਾਸਤੇ ਕੱਢੀਆਂ ਕਿ ਸਟੂਡੈਂਟਸ ਉੱਥੇ ਹਾਲੇ ਰੀਸੈਂਟਲੀ ਗ੍ਰੈਜੂਏਟ ਹੋਏ ਸੀਗੇ, ਵਰਕਿੰਗ ਅਗਰ ਸੀਗੇ, ਅਤੇ ਉਹਨਾਂ ਦੀ ਕਰ ਦਿੱਤੀ ਗਈ। ਔਰ ਹੈਲਥ ਸੈਕਟਰ ਦੇ ਵਿੱਚ ਕੁਝ ਐਸੈਂਸ਼ੀਅਲ ਜਿਹੜੇ ਸੈਕਟਰ ਸੀਗੇ, ਉਹਨਾਂ ਦੇ ਵਿੱਚ ਜਿਹੜੇ ਕੰਮ ਕਰਦੇ ਪਏ ਸੀ, ਉਹਨਾਂ ਨੂੰ PR ਦਿੱਤੀ, ਲੋਟਰੀ ਟਾਈਪ ਦੀ ਹੋਈ, ਅਤੇ ਬੜਾ ਫਾਇਦਾ ਹੋਇਆ। ਔਰ ਕੈਨੇਡਾ ਗੌਰਮੈਂਟ ਨੇ ਕੋਆਪਰੇਟ ਜਿਹੜਾ ਫਾਈਨੈਂਸ਼ੀਅਲ ਅਸਿਸਟੈਂਸ ਬਹੁਤ ਦਿੱਤੀ ਕੋਵਿਡ ਦੇ ਵਿੱਚ, ਬਹੁਤ ਜਦੋਂ ਤਕਲੀਫ ਚੱਲਦੀ ਪਈ ਸੀਗੀ। ਉਹ ਸਾਰੀਆਂ ਚੀਜ਼ਾਂ ਲੋਕਾਂ ਦੇ ਵਿੱਚ ਜਿਹੜੀਆਂ ਪੋਜ਼ਿਟਿਵ ਇੰਪੈਕਟ ਜਿਹੜੀਆਂ ਉਹ ਛੱਡ ਕੇ ਗਈਆਂ। ਔਰ ਲੋਕੀ ਜਿਹੜੇ ਬੜੇ ਹਾਈ ਇੰਟਰਸਟ ਦੇ ਨਾਲ ਬਹੁਤ ਜ਼ਿਆਦਾ ਐਪਲੀਕੇਸ਼ਨਸ ਲੱਗੀਆਂ, ਜਿਹੜੀ ਇਸ ਤਰ੍ਹਾਂ ਤੁਸੀਂ ਦੱਸ ਰਹੇ ਕਿ ਬੈਕਲੌਗ ਬਹੁਤ ਹੋਇਆ। ਔਰ ਉਸ ਕਰਕੇ ਹੀ ਅੱਜ ਜਨਵਰੀ ਇਨਟੇਕ ਜਿਹੜਾ ਹੈਗਾ, ਬਹੁਤ ਸਾਰੇ ਕਾਲਜਿਸ ਆਲਰੇਡੀ ਫੁੱਲ ਹੋ ਚੁੱਕੇ ਨੇ। ਸੈਨਿਕਾ ਕਾਲਜ ਦੇ ਪ੍ਰੋਗਰਾਮ ਆਲਮੋਸਟ ਖਤਮ ਨੇ, ਲੈਂਪਟਨ ਕਾਲਜ ਦੇ ਪ੍ਰੋਗਰਾਮ ਖਤਮ ਨੇ। ਸੂ ਕਾਲਜ ਖਾਸ ਤੌਰ 'ਤੇ ਲਵਜੀਤ ਜੀ ਨੂੰ ਅੱਜ ਇਸ ਕਰਕੇ ਸੱਦਾ ਦਿੱਤਾ ਕਿ ਅਲੱਗ-ਅਲੱਗ ਕਾਲਜਿਸ ਅਲੱਗ-ਅਲੱਗ ਟਾਈਮ 'ਤੇ ਖੁੱਲ੍ਹਦੇ ਨੇ। ਬੜੇ ਸਾਰੇ ਕਾਲਜਿਸ ਜਨਵਰੀ ਦੇ ਫੁੱਲ ਹੋ ਚੁੱਕੇ ਨੇ ਜਾਂ ਕਾਫੀ ਸਾਰੀਆਂ ਸੀਟਾਂ ਫੁੱਲ ਹੋ ਗਈਆਂ। ਔਰ ਸੂ ਕਾਲਜ ਜਿਹੜਾ ਹੈਗਾ ਰੀਸੈਂਟਲੀ ਇਹਨਾਂ ਨੇ ਆਪਣਾ ਜਿਹੜਾ ਜਨਵਰੀ ਇਨਟੇਕ ਇਹਨਾਂ ਨੇ ਓਪਨ ਕੀਤਾ। ਔਰ ਮੇਰਾ ਇਹ ਕਹਿਣਾ ਹੈਗਾ ਕਿ ਬੜੀ ਜ਼ਿਆਦਾ ਐਪਲੀਕੇਸ਼ਨਸ ਹੋਣ ਕਰਕੇ ਥੋੜ੍ਹੀਆਂ ਸੀਟਾਂ ਨੇ। ਇਹ ਸੂ ਕਾਲਜ ਜਿਹੜਾ ਮੇਨ ਕੈਂਪਸ ਜਿਹੜਾ ਹੈ ਸੂ ਸੇਂਟ ਮੈਰੀ ਸਿਟੀ, ਔਰ 2 ਹੋਰ ਕੈਂਪਸ ਬਰੈਂਪਟਨ ਅਤੇ ਟੋਰੰਟੋ ਦੇ ਵਿੱਚ। ਸੋ ਇਹਨਾਂ ਦੀ ਸੀਟਾਂ ਬੜੀਆਂ ਲਿਮਿਟਡ ਨੇ, ਛੇਤੀ ਅਪਲਾਈ ਕਰ ਲੈਣਾ ਚਾਹੀਦਾ ਹੈਗਾ ਤਾਂ ਕਿ ਆਪਣੀਆਂ ਜਿਹੜੀਆਂ ਸੀਟਾਂ ਦਾ ਥੋੜ੍ਹੀ ਐਡਮਿਸ਼ਨ ਹੋ ਸਕੇ ਜੀ। ਲਵਜੀਤ ਜੀ, ਪਹਿਲੇ ਤਾਂ ਤੁਹਾਡੇ ਤੋਂ ਇਹ ਮੈਂ ਪੁੱਛਣਾ ਚਾਹੁੰਦਾ ਵੀ ਇੰਨੀ ਜਲਦੀ ਹੁਣ ਜੋ ਭਰ ਰਿਹਾ ਹੈ ਨਾ, ਪਹਿਲਾਂ ਸਿਸਟਮ ਜੋ ਕੋਵਿਡ ਤੋਂ ਪਹਿਲੇ ਵਾਲਾ ਦੇਖੀਏ ਤਾਂ ਆਪਾਂ ਸਤੰਬਰ ਇਨਟੇਕ ਵਾਲੇ ਜੁਲਾਈ ਤੱਕ ਵੀ ਐਡਮਿਸ਼ਨਸ ਆਈ ਜਾਂਦੀਆਂ ਸੀਗੀਆਂ ਜੀ। ਇੱਕਦਮ ਬੈਕਲੌਗ ਵੀ ਵਧਿਆ, ਹੈਵੀ ਰਸ਼ ਵੀ ਹੋਇਆ, ਕੁਝ ਪਾਲਿਸੀਜ਼
ਕੈਨੇਡਾ ਦੀਆਂ ਪੋਜ਼ਿਟਿਵ ਰਹੀਆਂ। ਬਿਲਕੁਲ। ਹੁਣ ਸੂ ਕਾਲਜ ਸਤੰਬਰ ਇਨਟੇਕ ਆਲਮੋਸਟ ਫੁੱਲ, ਸਿਰਫ ਜਨਵਰੀ 2023 ਦੀ ਗੱਲ ਕਰਾਂਗੇ। ਨਹੀਂ, ਐਕਚੁਅਲੀ ਸਾਡੇ ਕੋਲ ਕੁਝ ਸੀਟਸ ਅਵੇਲੇਬਲ ਨੇ ਸਟਿਲ, ਜਿਹੜੇ ਕਿ ਅਸੀਂ ਸਤੰਬਰ ਇਨਟੇਕ ਦੇ ਵਿੱਚ ਬਹੁਤ ਹੀ ਲਿਮਿਟਿਡ, ਖਾਸ ਕਰਕੇ ਕਿਉਂਕਿ ਕਾਫੀ ਸਾਰੇ ਸਟੂਡੈਂਟ ਹੁੰਦੇ ਜਿਹੜੇ ਕੈਨੇਡਾ ਜਾ ਕੇ ਆਪਣਾ ਸੈਕੰਡ ਈਅਰ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਆ। ਕੁਝ ਸਟੂਡੈਂਟ ਨੇ ਜਿਹੜੇ ਕੈਨੇਡਾ ਹੁੰਦੇ ਨੇ, ਕੈਨੇਡਾ ਐਡਮਿਸ਼ਨ ਲੈਣਾ ਚਾਹੁੰਦੇ ਔਨਸ਼ੋਰ ਨੇ ਜਿਹੜੇ ਆਲਰੇਡੀ ਉੱਥੇ। ਹਾਂ, ਅਸੀਂ ਬਿਲਕੁਲ ਕਹਿ ਸਕਦੇ ਔਨਸ਼ੋਰ ਐਪਲੀਕੇਸ਼ਨਸ ਨੇ ਜਿਨ੍ਹਾਂ ਲਈ ਅਸੀਂ ਐਪਲੀਕੇਸ਼ਨ ਰਿਕਰੂਟ ਕਰ ਸਕਦੇ ਫॉर ਸਤੰਬਰ ਇਨਟੇਕ। ਪੈਰਲਲੀ ਜਨਵਰੀ ਇਨਟੇਕ ਅੱਜ ਤੋਂ ਓਪਨ ਹੋ ਰਿਹਾ ਹੈ। ਬਹੁਤ ਸਾਰੇ ਪ੍ਰੋਗਰਾਮ ਨੇ ਜਿੱਦਾਂ ਇਹਨਾਂ ਨੇ ਮੈਂਸ਼ਨ ਕੀਤਾ। ਸੂ ਸੇਂਟ ਮੇਰੀ ਵਿਚ ਇਜ਼ ਆਰ ਮੇਨ ਕੈਂਪਸ, ਟੋਰਾਂਟੋ ਤੋਂ ਲਗਭਗ 1 ਘੰਟੇ ਦੀ ਫਲਾਈਟ ਤੇ ਆ। ਜੇ ਅਸੀਂ ਟੋਰਾਂਟੋ ਬਰੈਂਪਟਨ ਦੀ ਗੱਲ ਕਰੀਏ, ਵੀ ਹੈਵ ਆਰ ਕੈਂਪਸ ਇਨ ਬਰੈਂਪਟਨ ਔਨ ਕੁਈਨ ਸਟਰੀਟ। ਅਸੀਂ ਇੱਕ ਨਵਾਂ ਕੈਂਪਸ ਲੈ ਕੇ ਆ ਰਹੇ ਹਾਂ ਬਰੈਂਪਟਨ ਦੇ ਵਿੱਚ, ਤੇ ਟੋਰਾਂਟੋ ਦੇ ਵਿੱਚ ਜਿਹੜਾ ਡੰਡਾਸ ਸਟਰੀਟ ਤੇ ਕੈਂਪਸ ਆ ਉਹਦੇ ਵਿੱਚ ਅਸੀਂ ਓਪਨ ਕਰ ਰਹੇ ਹਾਂ ਫॉर ਜਨਵਰੀ 23 ਇਨਟੇਕ। ਹੁਣ ਇਹ ਜਿਹੜਾ ਜਨਵਰੀ ਇਨਟੇਕ ਹੈ ਇਹ ਟੋਰਾਂਟੋ, ਬਰੈਂਪਟਨ ਤੇ ਸੂ ਸੇਂਟ ਮੈਰੀ ਤਿੰਨਾਂ ਵਾਸਤੇ ਓਪਨ। ਜੀ ਬਿਲਕੁਲ, ਅਸੀਂ ਪੂਰੇ ਪੈਨ ਇੰਡੀਆ ਲਈ ਅਸੀਂ ਓਪਨ ਕਰ ਰਹੇ ਹਾਂ। ਇਹ ਤੋਂ ਇਲਾਵਾ ਇੱਕ ਮੈਂ ਚੀਜ਼ ਵਿਚ ਇਜ਼ ਵੈਰੀ ਯੂਨੀਕ, ਜਨਰਲੀ ਬੱਚਿਆਂ ਨੂੰ ਬਹੁਤ ਸਾਰਾ ਚੀਜ਼ ਹੁੰਦੀ ਹੈ ਕਿ ਲਾਈਕ ਦੇ ਆਸਕ ਫॉर ਦੀ ਸਕਾਲਰਸ਼ਿਪਸ। ਅਸੀਂ ਕੁਝ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਜਿਨ੍ਹਾਂ ਦੇ ਵਿੱਚ ਬਿਕੋਜ਼ ਇੰਟਰਨੈਸ਼ਨਲ ਵੂਮਨ ਡੇ ਹੋਇਆ ਤੇ ਇੰਟਰਨੈਸ਼ਨਲ ਟੀਮ ਨੇ ਡਿਸਾਈਡ ਕੀਤਾ ਕਿ ਕੁਝ ਪ੍ਰੋਗਰਾਮਸ ਦੇ ਵਿੱਚ ਅਸੀਂ ਖਾਸ ਕਰਕੇ ਗਰਲਸ ਨੂੰ ਅਸੀਂ ਸਕਾਲਰਸ਼ਿਪ ਆਫਰ ਕਰਾਂਗੇ। ਸਕਾਲਰਸ਼ਿਪ ਜਿਹੜੀ ਹੋਏਗੀ ਉਹ ਕੁੜੀਆਂ ਦੇ ਲਈ ਹੋਏਗੀ, ਜਿਹੜੇ ਮੇਲ ਕੈਂਡੀਡੇਟ ਹੋਣਗੇ ਉਹਨਾਂ ਨੂੰ ਵੀ ਕੁਝ ਹੱਦ ਤੱਕ ਸਕਾਲਰਸ਼ਿਪ ਹੋਏਗੀ, ਬਟ ਮਤਲਬ ਉਹਨਾਂ ਨਾਲ ਇੱਥੇ ਭੇਦਭਾਵ ਫਿਰ ਤੁਸੀਂ ਰੱਖਦੇ ਨਹੀਂ, ਭੇਦਭਾਵ ਨਹੀਂ ਕਹਿ ਸਕਦੇ। ਉਹਨਾਂ ਨੂੰ ਵੀ ਸਕਾਲਰਸ਼ਿਪ ਹੋਏਗੀ, ਬਟ ਹਾਂ ਕੁੜੀਆਂ ਨੂੰ $2000 ਦੀ ਸਕਾਲਰਸ਼ਿਪ ਮਿਲ ਰਹੀ ਹੈ ਉਹਨਾਂ ਨੂੰ ਫॉर। ਚਲੋ ਚੰਗੀ ਗੱਲ ਹੈ, ਇਸ ਐਜੂਕੇਸ਼ਨ ਪ੍ਰਮੋਟ ਹੋਏਗੀ। ਲੜਕੀਆਂ ਸਾਡੀਆਂ ਹੋਰ ਵੀ ਜਿਹੜੀਆਂ ਉਹ ਜਾਣਗੀਆਂ ਬਾਹਰ ਪੜ੍ਹ ਕੇ ਇੱਕ ਚੰਗਾ ਫਿਊਚਰ ਬਣਾ ਪਾਉਣਗੀਆਂ। ਬਟ ਜਦੋਂ ਆਪਾਂ ਸੂ ਸੇਂਟ ਮੈਰੀ ਦੀ ਗੱਲ ਕਰਦੇ ਹਾਂ, ਏਰੀਏ ਦੀ ਗੱਲ ਕਰਦੇ ਹਾਂ, ਟੋਰਾਂਟੋ ਬਰੈਂਪਟਨ ਬਾਰੇ ਸਭ ਨੂੰ ਪਤਾ ਹੈ। ਜੀ ਬਿਲਕੁਲ। ਮੈਂ ਥੋੜਾ ਚਾਹੁੰਦਾ ਵੀ ਉਹਨੂੰ ਲੈ ਕੇ, ਆਪਣੇ ਪ੍ਰੋਗਰਾਮਸ ਨੂੰ ਲੈ ਕੇ, ਕਿਉਂਕਿ 3 ਸਟਰੀਮ ਮੇਨ ਨੇ ਆਪਣੀਆਂ, ਬਿਲਕੁਲ, ਨਾਨ ਮੈਡੀਕਲ, ਉਸ ਤੋਂ ਬਾਅਦ ਕਾਮਰਸ ਤੇ ਆਰਟਸ। ਮੈਡੀਕਲ ਵਾਲੇ ਵੀ ਹੁੰਦੇ ਆ, ਬਟ ਇਹ ਤਿੰਨਾਂ ਸਟਰੀਮ ਨਾਲ ਰਿਲੇਟਡ ਬੱਚੇ ਜ਼ਿਆਦਾ ਜਾਂਦੇ ਆ। ਕੀ ਪ੍ਰੋਗਰਾਮਸ ਆਪਣੇ ਕੋਲ ਹੈਗੇ ਆ? ਬਹੁਤ ਸਾਰੇ, ਕਿਉਂਕਿ ਦੇਖੋ ਜਿਹੜੇ ਵੀ ਤੁਸੀਂ ਸਕਾਲਰਸ਼ਿਪ ਦੀ ਮੈਂ ਜਿਹੜੀ ਗੱਲ ਕੀਤੀ ਉਹ ਖਾਸ ਕਰਕੇ ਟੈਕਨੀਕਲ ਪ੍ਰੋਗਰਾਮਸ ਦੀ ਹੈ। ਬਿਕੋਜ਼ ਤੁਸੀਂ ਵੀ ਸਾਰੇ ਐਕਸਪੀਰੀਅੰਸ ਹੋ, ਰਵੀ ਸਰ ਵੀ ਕੈਨੇਡਾ ਤੋਂ ਨੇ। I just recently been to the Canada and ਮੈਂ ਜੋ ਐਕਸਪੀਰੀਅੰਸ ਕੀਤਾ ਐਂਡ ਓਵਰਆਲ ਵੀ ਜੇ ਅਸੀਂ ਗੱਲ ਕਰੀਏ ਟੈਕਨੀਕਲ ਸਟੂਡੈਂਟਸ ਦੀ ਜਾਂ ਟੈਕਨੀਕਲ ਪ੍ਰੋਗਰਾਮਸ ਦੀ ਪੂਰੇ ਵਰਲਡ ਵਾਈਡ ਡਿਮਾਂਡ ਹੈ। ਅਸੀਂ ਗੱਲ ਕਰ ਰਹੇ ਸੀ ਬਿਫੋਰ ਦਿਸ ਅਸੀਂ ਰਿਕਾਰਡਿੰਗ ਕਿ ਜਿਹੜੇ ਇੰਡੀਆ 'ਚ ਵੀ ਟੈਕਨੀਕਲ ਪ੍ਰੋਗਰਾਮ ਦੀ ਬਹੁਤ ਡਿਮਾਂਡ ਆ, ਬਟ ਜੇ ਅਸੀਂ ਗੱਲ ਕਰੀਏ ਕੈਨੇਡਾ ਦੇ ਵਿੱਚ, ਚਾਹੇ ਉਹ ਇਲੈਕਟ੍ਰੀਕਲ ਇੰਜੀਨੀਅਰਿੰਗ ਆ, ਚਾਹੇ ਉਹ ਸਿਵਲ ਆ, ਮਕੈਨੀਕਲ ਆ, ਜਾਂ ਆਟੋਮੋਬਾਈਲ ਦੇ ਰਿਲੇਟਡ ਪ੍ਰੋਗਰਾਮ ਹੈ। ਈਵਨ ਦੋ ਜੇ ਅਸੀਂ ਗੱਲ ਕਰੀਏ ਨੋਨ ਟੈਕਨੀਕਲ ਪ੍ਰੋਗਰਾਮ, ਅਸੀਂ ਬਿਜ਼ਨਸ ਦੇ ਵਿੱਚ ਗੱਲ ਕਰੀਏ, ਅਸੀਂ ਹੋਸਪਿਟੈਲਿਟੀ ਐਂਡ ਟੂਰਿਜ਼ਮ ਗੱਲ ਕਰੀਏ, ਮੋਬਾਈਲ ਐਪਲੀਕੇਸ਼ਨ ਡਿਜ਼ਾਈਨ ਹੋ ਗਿਆ, ਬਹੁਤ ਸਾਰੇ ਪ੍ਰੋਗਰਾਮ ਨੇ ਜਿਨ੍ਹਾਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਦੀ ਰਿਕੁਆਇਰਮੈਂਟ ਹੈ ਬਿਕੋਜ਼ ਉਸ ਪਰਟੀਕੂਲਰ ਏਰੀਆ ਦੀ ਡਿਮਾਂਡ ਹੈ। ਜੇ ਅਸੀਂ ਸੂ ਸੇਂਟ ਮੈਰੀ ਦੀ ਸਪੈਸੀਫਿਕਲੀ ਗੱਲ ਕਰੀਏ, ਬਿਕੋਜ਼ ਦੈਟਸ ਅ ਰੀਜਨਲ ਏਰੀਆ, ਗਵਰਨਮੈਂਟ ਇਟਸੈਲਫ ਇਜ਼ ਪ੍ਰਮੋਟਿੰਗ, ਜਿੰਦਾ ਇਹਨਾਂ ਨੇ ਮੈਂਸ਼ਨ ਕੀਤਾ ਕਿ ਲਾਈਕ RNIP ਦੇ ਅੰਦਰ ਆਉਂਦਾ ਰੂਰਲ ਐਂਡ ਨਾਰਥਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ, ਜਿਹੜਾ ਗਵਰਨਮੈਂਟ ਨੇ ਲਗਭਗ 3 ਸਾਲ ਪਹਿਲਾਂ ਸਟਾਰਟ ਕੀਤਾ ਸੀ। ਉਸ ਦੇ ਵਿੱਚ ਜਿਹੜਾ ਬੱਚਾ ਪੜ੍ਹੇਗਾ ਉਹਨਾਂ ਨੂੰ ਦੇਖੋ, ਆਮ ਨਾਟ ਦਾ ਇਮੀਗ੍ਰੇਸ਼ਨ ਪਰਸਨ, ਮੈਂ PR ਦੇ ਬਾਰੇ ਜ਼ਿਆਦਾ ਨਹੀਂ ਬੋਲ ਸਕਦਾ, ਬਟ ਯੈਸ ਉਹਨਾਂ ਨੂੰ ਕਾਫੀ ਬੈਨੀਫਿਟ ਹੈਗੇ ਨੇ ਟੂ ਬੀ ਇਨ ਦੈਟ ਪਰਟੀਕੂਲਰ ਏਰੀਆ, ਉੱਥੇ ਸਟੱਡੀ ਕਰਨ ਦੇ, ਉਸ ਏਰੀਆ ਦੇ ਵਿੱਚ ਤੁਹਾਡੇ ਕੋਲ ਫੁੱਲ ਟਾਈਮ ਜੌਬ ਹੋਣ ਦੇ, ਐਂਡ ਫਰਦਰ ਦੇ ਕੈਨ ਅਪਲਾਈ ਫॉर द। ਤੁਸੀਂ ਨਹੀਂ ਬੋਲ ਸਕਦੇ ਕਿ ਸਾਡੇ ਕੋਲ ਬੋਲਣ ਵਾਲੇ CACC ਮੈਂਬਰ ਬੈਠੇ ਆ, ਹੋਰ ਆਥੋਰਾਈਜ਼ਡ ਬਾਈ ਦਾ ਹਾਈ ਕਮਿਸ਼ਨ ਆਲਸੋ। ਕੀ ਕਹਿਣਾ ਜੀ ਇਹਦੇ ਬਾਰੇ? ਬਿਲਕੁਲ, ਖਾਸ ਤੌਰ ਤੇ ਜਿਹੜਾ ਇਹਨਾਂ ਦਾ ਜਿਸ ਤਰ੍ਹਾਂ ਮੈਂ ਦੱਸਿਆ 3 ਕੈਂਪਸ ਨੇ, ਬਰੈਂਪਟਨ, ਟੋਰਾਂਟੋ ਔਰ ਸੂ ਸੇਂਟ ਮੈਰੀ। ਸੂ ਸੇਂਟ ਮੈਰੀ ਜਿਹੜਾ ਰੀਜਨਲ ਏਰੀਆ ਦੇ ਵਿੱਚ ਆਉਂਦਾ ਹੈਗਾ, ਔਰ ਉੱਥੇ ਜਿਹੜੀ ਹੈ ਖਾਸ ਤੌਰ ਤੇ RNIP ਜਿਹੜੀ ਕੈਨੇਡੀਅਨ ਗਵਰਨਮੈਂਟ ਨੇ, ਐਮਬੈਸੀ ਨੇ ਸਪੈਸ਼ਲ ਕੁਝ ਕੈਟਾਗਰੀਜ਼ ਕੱਢੀਆਂ, ਜਿਸ ਤਰ੍ਹਾਂ ਕਿ PNPs ਦੇ ਵਿੱਚ ਜਿਸ ਤਰ੍ਹਾਂ SINP ਹੈਗੀ ਹੈ, MPNP ਹੈਗੀ ਹੈ, ਓਨਟਾਰੀਓ ਨੋਮੀਨੇਸ਼ਨ ਪ੍ਰੋਗਰਾਮ ਹੈਗਾ। ਔਰ ਇਹ ਜਿਹੜਾ RNIP ਦੇ ਅੰਡਰ ਜਿਹੜੇ ਸਟੂਡੈਂਟਸ ਉੱਥੇ ਪੜ੍ਹਦੇ ਨੇ ਔਰ ਉੱਥੇ ਕੰਮ ਕਰਦੇ ਨੇ, ਉਹ ਐਮਪਲਾਇਰਸ ਨੂੰ ਕੁਝ ਸਪੈਸੀਫਿਕ ਕੈਟਾਗਰੀਜ਼ ਦੇ ਵਿੱਚ ਜ਼ਰੂਰਤ ਹੁੰਦੀ ਹੈ ਔਰ ਉਹ ਜੌਬ ਆਫਰ ਦੇ ਕੇ ਇਹ RNIP ਕੈਟਾਗਰੀ, ਸਪੈਸ਼ਲ PR ਦੀ ਸਪੈਸ਼ਲ ਕੈਟਾਗਰੀ, ਜਿਸ ਦੇ ਵਿੱਚ ਬੈਨੀਫਿਟ ਲੈ ਕੇ ਸਟੂਡੈਂਟਸ ਛੇਤੀ PR ਲੈ ਸਕਦੇ ਨੇ। ਜੀ, ਸੋ ਬਿਲਕੁਲ ਜੀ, RINP ਬਾਰੇ ਵੀ ਜਾਣਕਾਰੀ ਚਾਹੁੰਦੇ, ਕਿਉਂਕਿ ਇਹ ਮੈਨੂੰ ਬੜੀ ਚੰਗੀ ਗੱਲ ਲੱਗਦੀ ਹੈ। ਜਿਵੇਂ ਹੁਣ ਲਵਜੀਤ ਜੀ ਚਾਹੇ ਰਿਪਰੈਜ਼ੈਂਟੇਟਿਵ ਨੇ ਕਾਲਜ ਦੇ, ਕੈਨੇਡਾ ਤਿੰਨੋਂ ਜਿਹੜੇ ਇਹਨਾਂ ਦੇ ਕੈਂਪਸਸ ਨੇ ਰਿਪਰੈਜ਼ੈਂਟ ਕਰਦੇ ਆ, ਬਟ ਇੱਕ ਚੰਗੀ ਚੀਜ਼ ਹੈ ਵੀ ਜੇ ਆਥੋਰਾਈਜ਼ ਨਹੀਂ ਪਤਾ ਹੋਣ ਦੇ ਬਾਵਜੂਦ ਵੀ ਇਹ ਬੋਲਦੇ ਨਹੀਂ ਵੀ ਅਸੀਂ ਨਹੀਂ ਦੱਸ ਪਾਵਾਂਗੇ, ਬਟ ਹਾਂ ਆਥੋਰਾਈਜ਼ ਨੇ CACC ਮੈਂਬਰ। ਦੋਨੋਂ ਸਰਵਿਸਿਜ਼ ਤੁਹਾਨੂੰ ਇਸੇ ਸ਼ੋਅ ਦੇ ਵਿੱਚ ਮਿਲ ਰਹੀਆਂ। ਤੁਸੀਂ ਕੋਈ ਵੀ ਗੱਲ ਕਰਨਾ ਚਾਹੁੰਦੇ ਪਾਇਨੀਅਰ ਵਿਜ਼ਿਟ ਕਰ ਲਓ। ਸੂ ਸੇਂਟ ਮੈਰੀ ਬਾਰੇ ਵੀ ਜਾਣਕਾਰੀ ਚਾਹੁੰਦੇ ਹੋ ਪ੍ਰੋਪਰਲੀ ਮਿਲੇਗੀ। ਇਨਟੇਕਸ ਬਾਰੇ ਆਪਣੇ ਅਪਲਾਈ ਕਰਨਾ ਚਾਹੁੰਦੇ ਹੋ, ਆਪਣੀ ਸੀਟਸ ਨੂੰ ਲੈ ਕੇ ਉੱਥੇ ਜਾਣ ਸਕਦੇ ਹੋ। ਸਕਾਲਰਸ਼ਿਪ ਨੂੰ ਲੈ ਕੇ ਖਾਸ ਕਰ ਕੁੜੀਆਂ ਸਾਡੀਆਂ ਜਿਹੜੀਆਂ ਨੇ ਜਾਣਾ ਚਾਹੁੰਦੀਆਂ, ਉਹ ਜ਼ਰੂਰ ਇਹਦੇ ਬਾਰੇ ਗੱਲਬਾਤ ਕਰ ਸਕਦੇ। ਲਵ ਜੀ ਦੀ ਕੋਈ ਖਾਸ ਹੋਰ ਗੱਲਬਾਤ ਜਿਹੜੀ ਸਾਂਝੀ ਕਰਨਾ ਚਾਹੋ? ਦੇਖੋ, ਜੋ ਮੈਂ ਇੱਕ ਲਾਸਟ ਪੁਆਇੰਟ ਦੇ ਨਾਲ ਹੀ ਕਨੈਕਟ ਕਰਾਂਗਾ ਕਿ ਆਈ ਹੈਵ ਗੋਟ ਅ ਚਾਂਸ ਟੂ ਮੀਟ ਕਪਲ ਆਫ ਸਟੂਡੈਂਟ, ਜਿਨ੍ਹਾਂ ਦੇ ਵਿੱਚ ਕਾਫੀ ਸਾਰੇ ਸਟੂਡੈਂਟਸ ਨੇ ਜਿਨ੍ਹਾਂ ਨੇ RNIP ਦੇ ਅੰਦਰ ਵਿਦਿਨ 2.5 to 3 years ਫਰੋਮ ਦਾ ਡੇ ਦੇ ਸਟਾਰਟ ਦੇ ਸਟੱਡੀ ਟਿਲ ਦੇ ਗੈਟ ਦਾ PR, ਲਗਭਗ 2.5 ਤੋਂ 3 ਸਾਲ ਦੇ ਅੰਦਰ ਵੀ ਉਹਨਾਂ ਨੇ PR ਲਈ ਹੈ। ਤਾਂ ਸਭ ਤੋਂ ਬੈਸਟ ਚੀਜ਼ ਕੀ ਹੈ, ਇੱਕ ਪਰਸਨਲ ਅਟੈਂਸ਼ਨ, ਇੱਕ ਸਮੋਲ ਕਮਿਊਨਿਟੀ, ਜਿਹਦੇ ਵਿੱਚ ਅਸੀਂ ਗੱਲ ਕਰੀਏ ਕੈਨੇਡਾ ਇਟਸੈਲਫ ਇਜ਼ ਅ ਬਿਗ ਕੰਟਰੀ। ਜੇ ਅਸੀਂ ਗੱਲ ਕਰੀਏ ਸੂ ਸੇਂਟ ਮੈਰੀ,
ਲਿਮਿਟਿਡ ਏਰੀਆ ਹੈ, ਲਿਮਿਟਿਡ ਇਨ ਸੈਂਸ ਆਫ ਦ ਏਰੀਆ ਇਜ਼ ਹਿਊਜ, ਬਟ ਪੋਪੂਲੇਸ਼ਨ ਘੱਟ ਹੈ, ਉਹਨਾਂ ਨੂੰ ਯੰਗਸਟਰਸ ਚਾਹੀਦੇ ਨੇ। ਚਾਹੇ ਤੁਸੀਂ ਪ੍ਰੋਗਰਾਮ ਦੀ ਗੱਲ ਕਰ ਰਹੇ ਸੀ ਕਿ ਅਸੀਂ ਸੂ ਕਾਲਜ ਇਟਸੈਲਫ ਇਜ਼ ਹੈਵਿੰਗ ਸੋ ਮੈਨੀ ਪ੍ਰੋਗਰਾਮ ਇਨ ਹੈਲਥ ਸਾਇੰਸ। ਸਾਡੇ ਕੋਲ ਪਰਸਨਲ ਐਂਡ ਡਿਵੈਲਪਮੈਂਟ ਸਪੋਰਟ ਸਰਵਿਸ ਹੋ ਗਿਆ, अर्ली चाइल्ड एजुकेशन, पर्सनल स्पोर्ट वर्कर, प्री हेल्थ साइंस, प्रैक्टिकल नर्सिंग, BSc नर्सिंग। सो द प्रोग्राम्स आर एंडलेस फॉर ऑल द ਇਹ ਐਸੈਂਸ਼ੀਅਲ ਸਰਵਿਸ ਵੀ ਆ ਜਾਣੇ ਆ ਜਿਹੜੇ। ਬਿਲਕੁਲ ਬਿਲਕੁਲ। ਇਹ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਬਿਜ਼ਨਸ ਦੇ ਪ੍ਰੋਗਰਾਮ ਨੇ, ਤੁਹਾਡੇ ਕੋਲ ਨਾਨ ਟੈਕਨੀਕਲ ਕਾਫੀ ਅੱਛੇ ਪ੍ਰੋਗਰਾਮਸ ਨੇ, ਜਿੰਦਾ ਮੈਂ ਟੈਕਨੀਕਲ ਆਲਰੇਡੀ ਟੱਚ ਕਰ ਚੁੱਕਾ। ਇਹ ਤੋਂ ਇਲਾਵਾ ਜੇ ਅਸੀਂ ਟੋਰਾਂਟੋ ਬਰੈਂਪਟਨ ਦੀ ਗੱਲ ਕਰੀਏ, ਕੁਝ ਪ੍ਰੋਗਰਾਮ ਨੇ ਜਿੰਦਾ ਫॉर ਐਗਜ਼ਾਮਪਲ ਹੈਲਥ ਕੇਅਰ ਲੀਡਰਸ਼ਿਪ ਕੈਨੇਡੀਅਨ ਕੰਟੈਕਸਟ ਜਾਂ ਸਾਈਬਰ ਸਿਕਿਉਰਿਟੀ ਕੈਨੇਡੀਅਨ ਕੰਟੈਕਸਟ। ਇਹ ਉਹ ਪ੍ਰੋਗਰਾਮ ਨੇ ਜਿਨ੍ਹਾਂ ਦੇ ਵੀ 2 ਸਾਲ ਦੀ ਡਿਊਰੇਸ਼ਨ ਆ। ਥੀਸ ਆਰ PG ਪ੍ਰੋਗਰਾਮ। ਹੈਲਥ ਕੇਅਰ ਇਜ਼ ਫॉर BSc ਨਰਸਿੰਗ, GNM, MBBS, BDS, ਫਾਰਮੇਸੀ। ਅਕਸਰ ਬੱਚਿਆਂ ਨੂੰ ਕਹਿੰਦੇ ਨਹੀਂ ਪ੍ਰੋਗਰਾਮ ਮਿਲਦੇ। ਇਹਨਾਂ ਦੇ ਵਿੱਚ 2 ਸਾਲ ਦੇ ਪ੍ਰੋਗਰਾਮ ਦੇ ਵਿੱਚ ਬੱਚਾ 3 ਸਮੈਸਟਰ ਪੜ੍ਹਾਈ ਕਰੇਗਾ, 4 ਸਮੈਸਟਰ ਇਜ਼ ਅ ਕੰਪਲੀਟ ਇੰਟਰਨਸ਼ਿਪ। ਸੋ ਇਟ ਮੀਨਸ ਬਾਈ ਦ ਟਾਈਮ ਦੇ ਕੰਪਲੀਟ ਦੇਅਰ ਸਟੱਡੀ ਉਹਨਾਂ ਕੋਲ ਆਲਰੇਡੀ ਕੈਨੇਡੀਅਨ ਐਕਸਪੀਰੀਅੰਸ ਹੋਏਗਾ ਐਂਡ ਇਟ ਇਜ਼ ਗੋਇੰਗ ਟੂ ਹੈਲਪ them a lot। ਬਿਲਕੁਲ। ਇਸ ਦੇ ਇਲਾਵਾ ਮੈਂ ਦੱਸਣਾ ਚਾਹੁੰਦਾ ਗਲੋਬਲ ਬਿਜ਼ਨਸ ਮੈਨੇਜਮੈਂਟ ਹੈਗਾ, ਕੰਪਿਊਟਰ ਪ੍ਰੋਗਰਾਮਿੰਗ ਹੈਗਾ ਔਰ ਪ੍ਰੋਜੈਕਟ ਮੈਨੇਜਮੈਂਟ ਹੈਗਾ। ਸੋ अर्ਲੀ ਚਾਈਲਡਹੁੱਡ ਐਜੂਕੇਸ਼ਨ ਹੈਗਾ। ਬੜੇ ਸਾਰੇ ਪ੍ਰੋਗਰਾਮਸ ਨੇ ਔਰ ਇਸ ਤਰ੍ਹਾਂ ਪ੍ਰੋਗਰਾਮਸ ਦੀ ਆਪਾਂ ਓਵਰਵਿਊ ਦੀ ਗੱਲਬਾਤ ਕਰ ਸਕਦੇ ਹਾਂ ਟਾਈਮ ਦੀ ਸ਼ਾਰਟੇਜ ਕਰਕੇ। ਹੋਰ ਜ਼ਿਆਦਾ ਡਿਟੇਲਸ ਵਾਸਤੇ ਇਹਨਾਂ ਦੀ ਡੂੰਘਾਈ, ਉਹਨਾਂ ਦੇ ਕੋ ਜਿਹੜੇ ਪ੍ਰੋਗਰਾਮ ਦੇ ਕੰਟੈਂਟਸ ਕੀ ਪੜ੍ਹਾਂਗੇ ਔਰ ਉਹ ਅੱਗੇ ਕੈਰੀਅਰ ਪ੍ਰੋਸਪੈਕਟਸ ਬਾਰੇ ਸਾਡੇ ਆਫਿਸਿਸ ਦੇ ਵਿੱਚ ਜਾ ਕੇ ਗੱਲਬਾਤ ਕਰ ਸਕਦੇ ਹਾਂ। ਕੰਪਨੀ ਖਾਸ ਤੌਰ 'ਤੇ ਜਲਦੀ ਹੀ ਸੈਮੀਨਾਰਸ ਸ਼ੁਰੂ ਕਰਨ ਵਾਲੀ ਹੈਗੀ। ਮੈਂ ਥੋੜ੍ਹੀ ਜਿਹੀ ਡੇਟਾਂ ਦੱਸ ਦੇਵਾਂ। 22 ਤਰੀਕ ਨੂੰ 22 ਜੂਨ ਮੋਗਾ, 23 ਜੂਨ ਨੂੰ ਅੰਮ੍ਰਿਤਸਰ, ਕਿਉਂਕਿ ਮੈਂ ਕੈਨੇਡਾ ਕੁਝ ਮਹੀਨੇ ਲਾ ਕੇ ਆਇਆ ਉੱਥੇ ਕਾਲਜਿਸ ਨਾਲ ਮੀਟਿੰਗ, ਐਮਬੈਸੀ ਨਾਲ ਮੀਟਿੰਗਸ ਤੋਂ ਬਾਅਦ ਹੁਣ ਕਲਾਇੰਟਸ ਨਾਲ ਕਾਫੀ ਟਾਈਮ ਤੋਂ ਗੱਲਬਾਤ ਨਹੀਂ ਮਿਲਾਪ ਨਹੀਂ ਹੋਇਆ ਸੀਗਾ। ਸੋ ਹੁਣ ਜਿਹੜਾ 22 ਤਰੀਕ ਨੂੰ ਮੋਗਾ, 23 ਜੂਨ ਨੂੰ ਅੰਮ੍ਰਿਤਸਰ, 24 ਤਰੀਕ ਨੂੰ ਫਿਰੋਜ਼ਪੁਰ, 25 ਨੂੰ ਲੁਧਿਆਣਾ, ਫਿਰ ਥੋੜ੍ਹਾ ਜਿਹਾ ਗੈਪ ਦੇ ਕੇ 6 ਜੁਲਾਈ ਨੂੰ ਜਲੰਧਰ, 7 ਨੂੰ ਬਰਨਾਲਾ, 8 ਨੂੰ ਬਠਿੰਡਾ ਔਰ 10 ਜੁਲਾਈ ਨੂੰ ਖਾਸ ਤੌਰ 'ਤੇ ਚੰਡੀਗੜ੍ਹ ਦੇ ਵਿੱਚ। ਬਾਕੀ ਜਿਹੜੇ ਨੇ ਉਹ ਸਾਡੇ ਆਫਿਸਿਸ ਦੇ ਵਿੱਚ, ਔਰ 10 ਜੁਲਾਈ ਵਾਲਾ ਜਿਹੜਾ ਹੈਗਾ ਉਹ ਚੰਡੀਗੜ੍ਹ ਦੇ ਵਿੱਚ ਹੋਟਲ ਦੇ ਵਿੱਚ ਹੋਏਗਾ। ਉਸ ਦੀ ਡਿਟੇਲ ਛੇਤੀ ਸਾਰੇ ਅਸੀਂ ਸ਼ੇਅਰ ਕਰਾਂਗੇ। ਲੇਕਿਨ ਬੜੇ ਸਾਰੇ ਕਾਲਜਿਸ, ਯੂਨੀਵਰਸਿਟੀਜ਼ ਵੀ ਪਾਰਟਿਸਿਪੇਟ ਕਰਨੇ ਵੈਲਕਮ ਜੀ। ਡਾਕਟਰ ਸਾਹਿਬ ਕਾਫੀ ਸਾਲਾਂ ਤੋਂ ਆਪਾਂ ਇਹ ਸ਼ੋਅ ਕਰਦੇ ਆਉਂਦੇ ਹਾਂ। ਮੇਰੇ ਖਿਆਲ ਹੁਣ ਤਾਂ ਅਵੇਅਰਨੈਸ ਇੰਨੀ ਕੁ ਹੋ ਗਈ, ਜਿਵੇਂ ਆਪਾਂ ਰੀਜਨਲ ਇਮੀਗ੍ਰੇਸ਼ਨ ਨੋਮੀਨੀ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਜਾਂ ਐਟਲਾਂਟਿਕ ਪ੍ਰੋਗਰਾਮ ਦੀ ਗੱਲ ਕਰਦੇ ਸੀ, ਉਦੋਂ ਅਸੀਂ ਗੱਲ ਕਰਦੇ ਹੁੰਦੇ ਸੀ ਬੱਚਾ ਸਿਰਫ ਟੋਰਾਂਟੋ ਜਾਣਾ ਚਾਹੁੰਦਾ ਹੈ ਜਾਂ ਬਰੈਂਪਟਨ ਜਾਣਾ ਚਾਹੁੰਦਾ ਹੈ ਕਿਉਂਕਿ ਉੱਥੇ ਰਿਸ਼ਤੇਦਾਰ ਨੇ, ਜਾਂ ਵੈਨਕੂਵਰ, ਸਰੀ ਦੇ ਵਿੱਚ ਜਾਣਾ ਚਾਹੁੰਦਾ ਹੈ, ਉੱਥੇ ਕੋਈ ਨਾ ਕੋਈ ਦੋਸਤ ਹੈ। ਹੁਣ ਮਾਹੌਲ ਜਿਹਾ ਚੇਂਜ ਹੋਇਆ। ਹੁਣ ਤਾਂ ਬੱਚਾ ਸਮਝਦਾ ਵੀ ਰੀਜਨਲ ਇਮੀਗ੍ਰੇਸ਼ਨ ਨੋਮੀਨੀ ਪ੍ਰੋਗਰਾਮ ਕੀ ਹੈ, ਐਟਲਾਂਟਿਕ ਪ੍ਰੋਗਰਾਮ ਕੀ ਹੈ, SINP ਕੀ ਹੈ। ਹੁਣ ਬੱਚਾ ਸੋਚ ਸਮਝ ਕੇ ਲੈਂਦਾ ਡਿਸੀਜਨ। ਨਹੀਂ ਹਾਲੇ ਵੀ ਆਉਂਦੇ ਨੇ, ਨਹੀਂ ਜੀ ਮੇਰਾ ਰਿਸ਼ਤੇਦਾਰ ਕੋਲ ਜਾਣਾ ਜੀ। ਅਨਫੋਰਚੂਨੇਟ ਹੈਗਾ, ਤੁਹਾਡੀ ਦੂਜੀ ਕੰਡੀਸ਼ਨ ਫਿਟ ਹੁੰਦੀ ਹੈ। ਹਾਲੇ ਵੀ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਕੁਝ ਡਰ, ਖਾਸ ਤੌਰ 'ਤੇ ਬੱਚੀਆਂ ਨੇ ਅਤੇ ਉਹਨਾਂ ਦਾ ਜਿਹੜਾ ਕੋਈ ਨਾ ਕੋਈ ਫਰੈਂਡ ਰਿਲੇਟਿਵ, ਜ਼ਿਆਦਾਤਰ ਜਿਹੜੀ ਪਾਪੂਲੇਸ਼ਨ ਹੈਗੀ ਅੱਜ ਵੀ ਬਰੈਂਪਟਨ, ਮਿਸੀਸਾਗਾ, ਟੋਰਾਂਟੋ, ਸਰੀ, ਵੈਨਕੂਵਰ ਹੈਗੀ ਹੈ ਔਰ ਬਹੁਤ ਸਾਰੇ ਲੋਕ ਸਟਿਕ ਕਰ ਜਾਂਦੇ ਨੇ। ਲੇਕਿਨ ਜਿਹੜੇ ਸਾਡੀ ਗੱਲ ਨੂੰ ਸਮਝਦੇ ਨੇ ਔਰ ਬਹੁਤ ਸਾਰੇ ਲੋਕ ਫੇਥ ਕਰਦੇ ਨੇ ਕਿ ਜੀ ਉੱਥੇ, ਕਿਉਂਕਿ +2 ਤੋਂ ਬਾਅਦ ਖਾਸ ਤੌਰ 'ਤੇ ਗ੍ਰੈਜੂਏਸ਼ਨ ਤੋਂ ਬਾਅਦ ਫਿਰ ਵੀ ਚਾਂਸਿਸ PR ਲੈਣ ਦੇ ਸੌਖੇ ਹੁੰਦੇ, ਲੇਕਿਨ +2 ਕਰਨ ਤੋਂ ਬਾਅਦ ਇਹ ਟੋਰਾਂਟੋ ਰੀਜਨ ਦੇ ਵਿੱਚ ਜਾਂ ਵੈਨਕੂਵਰ ਰੀਜਨ ਦੇ ਵਿੱਚ PR ਲੈਣ ਵਾਸਤੇ ਬੱਚਿਆਂ ਨੂੰ ਸਟਰਗਲ ਕਰਨਾ ਪੈਂਦਾ ਜਾਂ ਫਿਰ ਮੂਵ ਕਰਨਾ ਪੈਂਦਾ ਹੈ। ਜਿਸ ਤਰ੍ਹਾਂ ਕਿ RNIP ਜਾਂ ਹੋਰ ਕੈਟੇਗਰੀਜ਼ ਵਾਸਤੇ ਉੱਥੇ ਜਾ ਕੇ ਕੰਮ ਕਰਨਾ ਪੈਂਦਾ ਔਰ ਮੂਵ ਕਰਕੇ ਜਿਹੜੀ ਐਟਲਾਂਟਿਕ ਪ੍ਰੋਵਿੰਸਿਸ ਨੇ, ਸਸਕੈਚੁਅਨ, ਮੈਨੀਟੋਬਾ, ਉੱਥੇ ਜਾ ਕੇ ਸਟੱਡੀ ਕਿਤੇ ਵੀ ਖਤਮ ਕਰਕੇ ਉੱਥੇ ਜਾ ਕੇ ਫਿਰ ਮੂਵ ਕਰਕੇ ਐਕਸਪੀਰੀਅੰਸ ਲੈ ਕੇ ਉਹ ਥੋੜ੍ਹਾ ਜਿਹਾ ਡਿਫਿਕਲਟ ਹੁੰਦਾ PR ਲੈਣਾ। ਲੇਕਿਨ ਕੁਝ ਲੋਕ ਜਿਹੜੇ ਇਹ ਗੱਲਾਂ ਨੂੰ, ਪ੍ਰੋਬਲਮਸ ਨੂੰ ਸਮਝਦੇ ਨੇ ਔਰ ਸਾਨੂੰ ਇਹ ਪੁੱਛਦੇ ਨੇ ਕਿ ਜੀ ਬਾਅਦ ਦੇ ਵਿੱਚ PR ਵਿੱਚ ਦਿੱਕਤ ਨਾ ਆਵੇ, ਜਿੱਥੇ ਵੀ ਤੁਸੀਂ ਭੇਜੋਗੇ ਉੱਥੇ ਆਪਾਂ ਨੂੰ ਸੌਖਾ ਹੋ ਜਾਵੇ। ਅਤੇ ਅਸੀਂ ਡੈਫੀਨੇਟਲੀ ਇਹ ਜਿਹੜੇ ਬੈਨੀਫਿਟਸ ਨੇ ਅਲੱਗ-ਅਲੱਗ ਕੈਟੇਗਰੀਜ਼ RNIP ਦੀ ਔਰ ਬਾਕੀ ਕੈਟੇਗਰੀਜ਼ ਵੀ ਦੱਸੀਆਂ ਦੀਆਂ ਨੇ ਔਰ ਕੁਝ ਲੋਕ 10-15% ਦੇ ਕਰੀਬ ਜਿਹੜੇ ਸਮਝਦੇ ਆ ਉਹ ਬੈਨੀਫਿਟ ਲੈਂਦੇ ਨੇ ਜੀ। ਲਵਜੀਤ, ਐਜ਼ ਅ ਪੰਜਾਬੀ ਮੈਂ ਪੁੱਛਣਾ ਚਾਹੁੰਦਾ, ਤੁਸੀਂ ਫੈਮਿਲੀ ਤੋਂ ਇੱਕ ਹੁੰਦਾ, ਡਾਕਟਰ ਸਾਹਿਬ ਨੇ ਬੜਾ ਇੱਕ ਵੈਲਿਡ ਪੁਆਇੰਟ ਕਿਹਾ ਵੀ ਕੁੜੀ ਨੂੰ ਭੇਜਣਾ ਹੋਵੇ ਹੁੰਦਾ ਯਾਰ ਕਿਤੇ ਜਾਣ ਪਛਾਣ ਨਾਲ ਕੋਈ ਭੇਜ ਦਈਏ, ਸੇਫ ਹੋਏਗੀ। ਬਿਲਕੁਲ। ਆਪਾਂ ਆਫ ਦੀ ਰਿਕਾਰਡ ਕੈਨੇਡਾ ਬਾਰੇ ਗੱਲ ਕਰ ਰਹੇ ਸੀ, ਉਹਨਾਂ ਦੇ ਮਾਹੌਲ ਬਾਰੇ ਗੱਲ ਕਰਦੇ ਸੀ, ਅਤੇ ਕੀ ਕੁਝ ਫਰਕ ਲੱਗਦਾ? ਜਿਵੇਂ ਅਸੀਂ ਟਰੈਵਲ ਕੀਤਾ ਸਾਨੂੰ ਨਹੀਂ ਲੱਗਿਆ ਫਰਕ, ਵੀ ਸਾਰਾ ਸੇਮ ਹੈ, ਹਰ ਜਗ੍ਹਾ ਸਿਕਿਉਰਿਟੀ ਸੇਮ ਹੈ, ਸੇਫਟੀ ਸੇਮ ਹੈ। ਫਿਰ ਵੀ ਤੁਹਾਡੇ ਵੱਲੋਂ ਮੈਸੇਜ ਕੀ ਰਹੇਗਾ? ਤੁਸੀਂ ਜਸਟ ਹੁਣੇ ਜਾ ਕੇ ਆਏ ਹੋ। ਦੇਖੋ, ਮੇਰਾ ਜੋ ਪਰਸਨਲ ਐਕਸਪੀਰੀਅੰਸ ਆ, ਆਮ ਸੋ ਹੈਪੀ, ਹੈ ਨਾ, ਕਿਉਂਕਿ ਜੇ ਅਸੀਂ ਸੂਸੈਂਟ ਮੇਰੀ ਵਰਗੇ ਏਰੀਆ ਦੀ ਗੱਲ ਕਰੀਏ, ਜਿਹੜਾ ਛੋਟਾ ਆ, ਸਭ ਤੋਂ ਪਹਿਲੀ ਗੱਲ ਹੁੰਦਾ ਸਾਨੂੰ ਇਹ ਡਰ ਹੁੰਦਾ ਕਿ 에ਅਰਪੋਰਟ ਤੋਂ ਲੈਂਡ ਕੌਣ ਆਏਗਾ। ਕਾਲਜ ਇਜ਼ ਗਿਵਿੰਗ ਯੂ ਦੀ ਫੁੱਲ ਲਾਈਕ ਆਪਸ਼ਨਸ। ਅਸੀਂ ਵੀ ਆਰ ਪ੍ਰੋਵਾਈਡਿੰਗ ਆਲ ਦ ਸਰਵਿਸਿਜ਼। ਸਾਡੇ ਕੋਲ ਜਿਹੜਾ ਸਾਡਾ ਇੰਟਰਨੈਸ਼ਨਲ ਕਮਿਊਨਿਟੀ ਵੀ ਹੈਗੀ ਹੈ ਸਟੂਡੈਂਟਸ ਦੀ, ਜਾਂ ਅਸੀਂ ਜੇ ਗੱਲ ਕਰੀਏ ਉੱਥੇ ਦੇ ਲੋਕਲ ਜਿਹੜੇ ਪ੍ਰੀ ਅਰਾਈਵਲ ਲੀਡਰਸ ਨੇ, ਦੇ ਆਰ ਫਰੋਮ ਆਲ ਦ ਕੰਟਰੀਜ਼। ਉਹ ਪੰਜਾਬੀ ਵੀ ਨੇ, ਉਹ ਬਾਕੀ ਕੰਟਰੀਜ਼ ਤੋਂ ਵੀ ਨੇ, ਇੰਡੀਅਨਸ, ਦੇ ਆਰ ਸੋ ਮਚ ਇਨਵੋਲਵ, ਨਾਟ ਓਨਲੀ ਜਸਟ ਪੰਜਾਬੀ, ਗੁਜਰਾਤ ਤੋਂ ਨੇ, ਸਾਊਥ ਇੰਡੀਆ ਤੋਂ ਨੇ, ਜਾਂ ਈਸਟ ਇੰਡੀਆ ਤੋਂ ਵੀ ਗੱਲ ਕਰੀਏ
ਔਰ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਕੁੜੀਆਂ ਦੇ ਆਰ ਵੈਰੀ ਹੈਪੀ, ਦੇ ਆਰ ਐਜੂਕੇਟਿਡ, ਦੇ ਆਰ ਗੈਟਿੰਗ ਅਵੇਅਰ। ਤੁਸੀਂ ਬਿਲਕੁਲ ਕਿਹਾ ਸਹੀ ਕਿ ਲਾਈਕ ਪਿਛਲੇ ਕੁਝ ਡਿਕੇਡ ਤੋਂ ਲਗਭਗ ਇੱਕ ਡਿਕੇਡ ਤੋਂ ਅਸੀਂ ਅਵੇਅਰਨੈਸ ਫੈਲਾ ਰਹੇ ਹਾਂ ਅਸੀਂ ਸਾਰੇ ਮਿਲ ਕੇ ਕਿ ਲਾਈਕ ਬਹੁਤ ਸਾਰੇ ਏਰੀਆਸ ਨੇ, ਨਾ ਸਿਰਫ ਦੇਖੋ ਟੋਰਾਂਟੋ ਬਰੈਂਪਟਨ ਅਨਡਾਊਟਡਲੀ ਦੇ ਆਰ ਮੇਜਰ ਡੈਸਟੀਨੇਸ਼ਨ ਜਿੱਥੇ ਬੱਚਾ ਅਪਲਾਈ ਕਰਦਾ ਆ। ਕੁਝ ਅੱਛੇ ਪ੍ਰੋਗਰਾਮਸ ਨੇ ਜਿੱਦਾਂ ਮੈਂ ਤੁਹਾਨੂੰ ਦੱਸਿਆ, ਜਾਂ ਉਹਨਾਂ ਦੀ ਆਪਣੀ ਪਰਸਨਲ ਪ੍ਰੈਫਰੈਂਸ ਵੀ ਹੈ। ਜੇ ਅਸੀਂ ਗੱਲ ਕਰੀਏ ਸੂ ਸੇਂਟ ਮੇਰੀ ਵਰਗੇ ਏਰੀਆ ਦੀ, 에ਅਰਪੋਰਟ ਪਿਕਅਪ ਤੋਂ ਲੈ ਕੇ ਅਕੋਮੋਡੇਸ਼ਨ ਤੱਕ ਉਹਨਾਂ ਨੂੰ ਜੋ ਵੀ ਸਰਵਿਸਿਜ਼ ਚਾਹੀਦੀ ਵੀ ਆਰ ਹੈਲਪਿੰਗ them out। ਇਹ ਤੋਂ ਇਲਾਵਾ ਉਹਨਾਂ ਨੂੰ ਪਾਰਟ ਟਾਈਮ ਜਾਂ ਫੁੱਲ ਟਾਈਮ ਜੌਬ ਦੇ ਵਿੱਚ ਕੋਈ ਸਪੋਰਟ ਚਾਹੀਦੀ ਹੈ, ਵੀ ਹੈਵ ਸੈਪਰੇਟ ਡਿਪਾਰਟਮੈਂਟ। ਓਕੇ, ਬਟ ਉਹਦੇ ਵਾਸਤੇ ਸਟੂਡੈਂਟ ਨੂੰ ਅਸੀਂ ਗਾਈਡ ਕਰੀਦਾ ਵੈਰੀ ਫਸਟ ਡੇ ਓਰੀਐਂਟੇਸ਼ਨ ਦੇ ਜਿਹੜਾ ਕੰਸਰਨ ਮੈਨੇਜਰ ਆ ਉਹਨਾਂ ਨੂੰ ਮਿਲੇਗਾ, ਗਾਈਡ ਕਰੇਗਾ, ਉਹਨਾਂ ਨੂੰ ਅਪਾਇੰਟਮੈਂਟ ਬੁੱਕ ਕਰੇਗਾ, ਕਿਉਂਕਿ ਸਾਡਾ ਸਿਸਟਮ ਹੀ ਟੋਟਲੀ ਡਿਫਰੈਂਟ ਹੈ। ਅਸੀਂ CV ਕਿੰਦਾ ਅਪਲਾਈ ਕਰਨਾ, ਰਿਜ਼ਿਊਮੇ ਕਿੰਦਾ ਅਪਲਾਈ ਕਰਨਾ, ਲਿਖਣਾ ਕਿੰਦਾ ਜਾਂ ਕਵਰਿੰਗ ਲੈਟਰ ਕਰਨਾ, ਜੌਬ ਅਪਲਾਈ ਕਰਨੀ। ਇਟਸ ਨੋਟ ਕਿ ਅਸੀਂ ਪ੍ਰਿੰਟ ਕਰਾਇਆ ਐਂਡ ਸਭ ਪਾਸੇ ਡਿਸਟ੍ਰੀਬਿਊਟ ਕਰਤੇ ਜੌਬ ਮਿਲ ਜਾਏਗੀ। ਇਟਸ ਨੋਟ ਲਾਈਕ ਦੈਟ। ਅਸੀਂ ਉਹਦੇ ਵਿੱਚ ਬੱਚੇ ਨੂੰ ਹਰ ਇੱਕ ਸਟੈਪ ਦੇ ਉੱਤੇ ਗਾਈਡ ਕਰਦੇ ਹਾਂ। ਮੰਨ ਲਓ ਅਸੀਂ ਇੰਡੀਆ ਵਿੱਚ ਟਿਊਸ਼ਨ ਹੁੰਦਾ ਹੈ, ਕੈਨੇਡਾ 'ਚ ਇਹਨੂੰ ਫ੍ਰੀ ਟਿਊਟਰਿੰਗ ਕਹਿੰਦੇ ਆ। ਗਵਰਨਮੈਂਟ ਕਾਲਜਿਸ ਵੱਲੋਂ ਦੀ ਜੇ ਕੋਈ ਬੱਚਾ ਕਿਸੇ ਪਾਰਟਿਕੂਲਰ ਸਬਜੈਕਟ 'ਚ ਵੀਕ ਆ, ਉਹਨੂੰ ਫ੍ਰੀ ਟਿਊਟਰਿੰਗ ਪ੍ਰੋਵਾਈਡ ਕਰਾਈ ਜਾਂਦੀ, ਮਤਲਬ ਉਸ ਸਬਜੈਕਟ ਦੇ ਵਾਸਤੇ ਉਹਨਾਂ ਨੂੰ ਐਕਸਟਰਾ ਕਲਾਸਿਸ ਦਿੱਤੀਆਂ ਜਾਂਦੀਆਂ ਜੋ ਕਿ ਫ੍ਰੀ ਆਫ ਕੋਸਟ। ਉਹਨਾਂ ਨੂੰ ਔਨ ਕੈਂਪਸ ਜਿਮ ਫੈਸਿਲਿਟੀ ਚਾਹੀਦੀ ਆ, ਉਹਨਾਂ ਨੂੰ ਔਨ ਕੈਂਪਸ ਕੋਈ ਗੇਮ ਐਥਲੀਟ ਦੇ ਵਿੱਚ ਉਹਨਾਂ ਦਾ ਇੰਟਰਸਟ ਆ, ਵੀ ਆਰ ਪ੍ਰੋਵਾਈਡਿੰਗ them all। ਸੋ ਇਟ ਮੀਨਸ ਬੱਚਿਆਂ 'ਚ ਬਹੁਤ ਸਾਰੀ ਅਵੇਅਰਨੈਸ ਆ। ਮੈਂ ਜੋ ਬੱਚੇ ਨੂੰ ਮਿਲਿਆ ਉਹ ਆਲਰੇਡੀ ਕੈਨੇਡਾ ਪਹੁੰਚੇ ਸੀ, ਇੱਕ ਸਾਲ ਪੜ੍ਹ ਚੁੱਕੇ ਸੀ। ਦੇ ਕੇਮ ਟੂ ਸੂ ਸੇਂਟ ਮੈਰੀ ਇਨ ਸੂ ਕਾਲਜ, ਉਹ ਸਟੱਡੀ ਕਰਨ ਆਏ। ਰੀਜ਼ਨ ਵਾਈਜ਼ ਬਿਕੋਜ਼ ਵਨਸ ਦੇ ਰੀਚ ਓਵਰ ਦੇਅਰ ਦੇ ਆਰ ਗੈਟਿੰਗ ਅਵੇਅਰ। ਉਹਨਾਂ ਨੂੰ ਫਿਰ ਅਵੇਅਰਨੈਸ ਆਈ, ਉਹ ਅੱਛਾ ਇਹ ਏਰੀਆ 'ਚ ਸਾਨੂੰ ਇਹ ਸਾਰੇ ਹੋਰ ਪੁਆਇੰਟ ਜਾਂ ਬੈਨੀਫਿਟ ਹੋ ਸਕਦੇ। ਇਨ ਬੈਸਟ ਪਾਰਟ ਆਫਟਰ ਦ ਸਟੱਡੀ ਜਦੋਂ ਉਹਨਾਂ ਦੀ ਵਰਕ ਹੋ ਜਾਂਦਾ, PR ਹੋ ਜਾਂਦਾ, ਵਨਸ ਦੇ ਗੈਟ ਸੈਟਲ, ਈਵਨ ਦੋ ਦੇ ਪ੍ਰੈਫਰ ਟੂ ਬੀ ਇਨ ਦੈਟ ਕਾਈਂਡ ਆਫ ਪਲੇਸ। ਸੋ ਦੇ ਰੀਜ਼ਨ ਵਾਈਜ਼ ਤੁਹਾਡੇ ਖਰਚੇ ਘੱਟ ਨੇ, ਤੁਹਾਡੇ ਕੋਲ ਓਪਰਚੁਨਿਟੀਜ਼ ਜ਼ਿਆਦਾ ਨੇ, ਤੁਹਾਡੀ ਅਰਨਿੰਗ ਜ਼ਿਆਦਾ ਨੇ, ਐਂਡ ਆਟੋਮੈਟਿਕਲੀ ਤੁਸੀਂ ਇੱਕ ਸੇਫ ਐਂਡ ਬੈਸਟ ਅਫੋਰਡੇਬਲ ਪਲੇਸ। ਜਿਹੜੀ ਮੇਨ ਟੈਨਸ਼ਨ ਹੁੰਦੀ, ਜਿਵੇਂ ਡਾਕਟਰ ਸਾਹਿਬ ਨੇ ਵੀ ਗੱਲ ਕੀਤੀ ਸੀ, ਪੋਸਟ ਲੈਂਡਿੰਗ ਸਰਵਿਸਿਜ਼ ਉਹ ਕਾਲਜ ਪ੍ਰੋਵਾਈਡ ਕਰਾ ਰਿਹਾ, ਅਕੋਮੋਡੇਸ਼ਨ ਉਹ ਕਾਲਜ ਪ੍ਰੋਵਾਈਡ ਕਰਾ ਰਿਹਾ, ਜੌਬ ਅਸਿਸਟੈਂਸ ਉਹਦੇ 'ਚ ਹੈਲਪ ਕਰਨਾ ਉਹ ਕਾਲਜ ਦੇ ਰਿਹਾ, ਔਰ ਸਭ ਤੋਂ ਵੱਡੀ ਗੱਲ ਇੱਥੋਂ ਸਕਾਲਰਸ਼ਿਪ ਉਹ ਕਾਲਜ ਦੇ ਰਿਹਾ। ਸੋ ਇਹ ਕਾਲਜ ਅੱਜ ਲਿਆਉਣ ਦਾ ਰੀਜ਼ਨ ਹੁਣ ਤੁਹਾਨੂੰ ਵੀ ਪਤਾ ਲੱਗਿਆ ਹੋਣਾ, ਜੇ ਪਾਇਨੀਅਰ ਨੇ ਇਹਦਾ ਉਪਰਾਲਾ ਕੀਤਾ ਤਾਂ ਉਹਦਾ ਕਾਰਨ ਇਹ ਸੀ ਵੀ ਇਹਦੇ ਬੈਨੀਫਿਟ ਬਹੁਤ ਨੇ, ਇਹ ਬੱਚਿਆਂ ਤੱਕ ਪਹੁੰਚੇ। ਇਹ ਚੀਜ਼ ਬੱਚੇ ਜਦੋਂ ਜਾਣਨਗੇ, ਇਹਨੂੰ ਅਡਾਪਟ ਕਰਨਗੇ, ਇਹਦੀ ਜਿਹੜੀ ਫਾਇਦੇ ਨੇ, ਜਿਹੜਾ ਇਹਦੇ ਬੈਨੀਫਿਟਸ ਨੇ ਉਹਨੂੰ ਲੈ ਪਾਉਣਗੇ। ਦੈਟਸ ਵਾਈ ਅੱਜ ਪਾਇਨੀਅਰ ਵੱਲੋਂ ਖਾਸ ਕਰ ਉਪਰਾਲਾ ਸੂ ਕਾਲਜ ਨੂੰ ਲੈ ਕੇ ਕੀਤਾ ਗਿਆ। ਕਾਲਜਸ ਹੋਰ ਵੀ ਰਿਪਰੈਜ਼ੈਂਟ ਕਰਦੇ ਨੇ, ਬਟ ਖਾਸ ਕਰ ਇਹ ਲਿਆਉਣ ਦਾ ਰੀਜ਼ਨ ਇਹ ਸੀ ਵੀ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਸਾਂਝੀ ਕੀਤੀ ਜਾ ਸਕੇ। ਇਹਦੇ 'ਚ ਐਡਮਿਸ਼ਨ ਲੈਣਾ, ਇਹਦੇ 'ਚ ਐਨਰੋਲ ਹੋਣਾ, ਆਪਣਾ ਇਨਟੇਕ ਪਤਾ ਕਰਨਾ, ਪਾਇਨੀਅਰ ਤੱਕ ਰਾਬਤਾ ਕਾਇਮ ਕਰ ਲਿਓ। ਸ਼ੋਅ ਦਾ ਸਮਾਂ ਨਹੀਂ ਅਲਾਉ ਕਰ ਰਿਹਾ ਡਾਕਟਰ ਸਾਹਿਬ, ਕੋਈ ਖਾਸ ਮੈਸੇਜ? ਬਿਲਕੁਲ, ਸੂ ਕਾਲਜ ਦੇ ਨਾਲ ਜਿੱਦਾਂ ਤੁਸੀਂ ਅਮਨ ਜੀ ਦੱਸਿਆ, ਅਸੀਂ ਅਬਾਊਟ 10 ਇਅਰਸ ਤੋਂ ਮੋਰ ਦੈਨ 10 ਇਅਰਸ ਤੋਂ ਅਸੀਂ ਆਫੀਸ਼ੀਅਲ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਹੈਗੇ ਹਾਂ। ਕਾਲਜਿਸ ਬੜੇ ਘੱਟ ਜਿਹੜੇ ਕੰਸਲਟੈਂਟਸ ਨੂੰ ਆਪਣਾ ਰਿਪਰੈਜ਼ੈਂਟੇਟਿਵ ਬਣਾਉਂਦੇ ਆ, ਔਰ ਇੰਨੇ ਜ਼ਿਆਦਾ ਲੰਮੇ ਟਾਈਮ ਤੋਂ ਅਸੀਂ ਰਿਪਰੈਜ਼ੈਂਟੇਟਿਵ ਹੋਣ ਦਾ ਮਤਲਬ ਇਹ ਹੈ ਕਿ ਬੜੀ ਅੱਛੀ ਅੰਡਰਸਟੈਂਡਿੰਗ ਔਰ ਬੜੀ ਅੱਛੀ ਪਾਰਟਨਰਸ਼ਿਪ ਔਰ ਫੇਥ ਕਾਲਜ ਦਾ ਸਾਡੇ 'ਤੇ ਹੈਗਾ। ਔਰ ਅਸੀਂ ਜਿੰਨੇ ਵੀ ਪ੍ਰੋਗਰਾਮਸ ਨੇ ਉਹਨਾਂ ਦੀ ਇਨਫੋਰਮੇਸ਼ਨ ਡਿਟੇਲਸ ਕਾਲਜ ਸਾਡੇ ਕੋਲ ਭੇਜਦਾ ਹੈ, ਔਰ ਅਸੀਂ ਸਟੂਡੈਂਟਸ ਨੂੰ ਦਿੰਦੇ ਹਾਂ। ਅਗੇਨ ਕਿ ਸੈਮੀਨਾਰਸ ਦੀ ਡੇਟਾਂ ਪਹਿਲਾਂ ਵੀ ਦੱਸੀਆਂ ਸੀਗੀਆਂ, ਵੈਲਕਮ। ਔਰ ਇਹਨਾਂ ਜਿਹੜੀ ਸੂ ਕਾਲਜ ਦੇ ਪ੍ਰੋਗਰਾਮ ਵਾਸਤੇ ਹੋਰ ਵੀ ਜਿੰਨੇ ਵੀ ਕਾਲਜਿਸ ਦੇ ਜਿੰਨੇ ਵੀ ਪ੍ਰੋਗਰਾਮ ਨੇ ਉਹਨਾਂ ਵਾਸਤੇ CICC ਮੈਂਬਰ ਮੈਂ ਖੁਦ ਮਿਲ ਕੇ ਸਟੂਡੈਂਟਸ ਨੂੰ, ਉਹਨਾਂ ਦੇ ਪੇਰੈਂਟਸ ਨੂੰ ਸਾਰੀ ਗੱਲਬਾਤ, ਔਰ 100% ਓਨੈਸਟੀ, ਟਰਾਂਸਪੇਰੈਂਸੀ ਉਹ ਇਨਬਿਲਟੀ ਹੈਗੀ ਹੈ। ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਤੁਹਾਡੀਆਂ ਸਰਵਿਸਿਜ਼ ਬਹੁਤ ਸਾਲਾਂ ਤੋਂ ਦਿੰਦੇ ਆ ਰਹੇ ਹਾਂ। ਵੈਲਕਮ ਜੀ। ਲਵਜੀਤ ਜੀ, ਤੁਸੀਂ ਕੋਈ ਖਾਸ ਮੈਸੇਜ ਦੇਣਾ ਚਾਹੋ? ਦੇਖੋ, ਸਭ ਤੋਂ ਇੰਪੋਰਟੈਂਟ ਅੱਜ ਆਉਣ ਦਾ ਰੀਜ਼ਨ ਜੋ ਸੀਗਾ, ਇਟਸ ਨੋਟ ਬਿਕੋਜ਼ ਕਾਲਜ ਸਰਕਾਰੀ ਆ ਤੁਸੀਂ ਅਪਲਾਈ ਕਰੋ ਐਡਮਿਸ਼ਨ, ਨੋ, ਬਿਕੋਜ਼ ਸਟੂਡੈਂਟ ਅਕਸਰ ਮਿਸ ਕਰ ਦਿੰਦੇ ਨੇ ਓਪਰਚੁਨਿਟੀਜ਼। ਮੈਂ ਇਹਨੂੰ ਓਪਰਚੁਨਿਟੀ ਵਰਡ ਇਸ ਕਰਕੇ ਯੂਜ਼ ਕਰ ਰਿਹਾ, ਬੀਇੰਗ ਐਜ਼ ਐਨ ਗਵਰਨਮੈਂਟ ਕਾਲਜ ਹਰ ਇੱਕ ਸਟੂਡੈਂਟ ਇੰਟਰਸਟਿਡ ਅਪਲਾਈ ਕਰਨ ਲਈ, ਚਾਹੇ ਉਹ PG ਪ੍ਰੋਗਰਾਮ ਹੈ, ਚਾਹੇ ਟੋਰਾਂਟੋ ਜਾਂ ਬਰੈਂਪਟਨ, ਬਿਕੋਜ਼ ਵੀ ਹੈਵ ਵੈਰੀ ਲਿਮਿਟਿਡ ਸੀਟਸ, ਬਹੁਤ ਹੀ ਲਿਮਿਟਿਡ। ਤੁਸੀਂ ਇਮੇਜਿਨ ਨਹੀਂ ਕਰ ਸਕਦੇ, ਸ਼ਾਇਦ ਜਿੰਨੇ ਬੱਚੇ ਦੇਖ ਰਹੇ ਉਹਨਾਂ ਨੂੰ ਸਾਰਿਆਂ ਨੂੰ ਆਪਾਂ ਐਕਸੈਪਟ ਵੀ ਨਹੀਂ ਕਰ ਸਕਦੇ। ਇਹ ਫਸਟ ਕਮ ਫਸਟ ਵਾਲਾ ਕੰਮ ਹੋਣਾ, ਇਹਦੀ ਸੀਟਸ ਪਹਿਲੇ ਬੁੱਕ ਕਰਾ ਲਿਓ। ਪਾਇਨੀਅਰ ਤੱਕ ਰਾਬਤਾ ਕਾਇਮ ਕਰਨਾ, ਉਹ ਨੰਬਰਾਂ 'ਤੇ ਕਾਲ ਕਰਕੇ ਜਿਹੜਾ ਸਕਰੀਨ 'ਤੇ ਚੱਲ ਰਿਹਾ ਹੈ। ਅਮਨ ਜੀ, ਇਹ ਦੱਸਣ ਦੀ ਲੋੜ ਨਹੀਂ ਕਿ ਨੈਚੁਰਲੀ ਕਿ ਅਸੀਂ ਉਹਨਾਂ ਕਾਲਜ ਵਿੱਚ ਹੀ ਬੱਚਿਆਂ ਦੀ ਐਡਮਿਸ਼ਨ ਕਰਾਉਂਦੇ ਜਿੱਥੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੁੰਦਾ ਹੈ, ਔਰ ਸੂ ਕਾਲਜ ਇੱਕ ਪਬਲਿਕ ਜਿਹੜਾ ਗਵਰਨਮੈਂਟ ਕਾਲਜ ਹੈਗਾ, ਇਸ ਦੇ ਵਿੱਚ ਪੜ੍ਹ ਕੇ ਬੱਚਿਆਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਣਾ ਜੀ। ਵੈਲਕਮ ਜੀ। ਦੋਨਾਂ ਦਾ ਬਹੁਤ ਬਹੁਤ ਧੰਨਵਾਦ ਸ਼ੋਅ 'ਚ ਆਉਣ ਲਈ ਤੇ ਆਪਣਾ ਟਾਈਮ ਦੇ ਕੇ ਇੰਨਾ ਸੋਹਣਾ ਗਾਈਡ ਕਰਨ ਲਈ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਧੰਨਵਾਦ ਸਾਰੇ ਦਰਸ਼ਕਾਂ ਦਾ, ਟੈਕਨੀਕਲ ਟੀਮ ਦਾ। ਉਮੀਦ ਕਰਦੇ ਹਾਂ ਅੱਜ ਦੀ ਜਿਹੜੀ ਇਨਫੋਰਮੇਸ਼ਨ ਹੈ ਤੁਹਾਡੇ ਲਈ ਲਾਹੇਵੰਦ ਰਹੀ ਹੋਏਗੀ। ਇਸੇ ਉਮੀਦ ਨਾਲ ਇਹ ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ। ਸਤਿ ਸ਼੍ਰੀ ਅਕਾਲ।